ਨੰਗੀ ਅੱਖ ਦਾ ਸੁਪਨਾ ਕਹਾਣੀ ਦੇ ਲੇਖਕ ਸਰਦਾਰ ਜਗਜੀਤ ਸਿੰਘ ਰੰਧਾਵਾ ਜੀ। ਹਰਫਾਂ ਦੇ ਕਾਫਲੇ ਚੈਨਲ ਵੇਖਣ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤਜਿੰਦਰ ਸਿੰਘ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਤੀਜੇ ਭਾਗ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਜਦ ਮੈਂ ਅੱਖਾਂ ਮਲਦਾ ਉੱਠਿਆ ਤਾਂ ਬੀਜੀ ਨੂੰ ਇੱਕੋ ਸਾਹੇ ਬੋਲਿਆ, ਅੱਜ ਤਾਂ ਬੀਜੀ ज़्यादा ही लेट हो गया, तुसी चाह गर्म करो, मैं हुणे इशनान करके आया। माता जी नूं इन्नी आख मैं उठ के बाथरूम चला गया। फिर नहा धो इशनान करके मैं चाह पीती ते बीजी नूं पटना साहिब दे दर्शनां लई जाण लई कह के मैं उन्हां दी रजामंदी लै लई। फिर बीजी प्रशादे तैयार करके पैक करन लई लग पे ते मैं नितनेम करन लगा। 9 वजे सवेरे मैं अपना बैग रेडी कर ਤਿਆਰ ਸ਼ਿਆਰ हो के अपनी बाइक ਚੱਕੀ ਤੇ ਢੋਲੇਵਾਲ आ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮਿਸ਼ਨ ਦੀ ਕਾਮਯਾਬੀ ਲਈ ਆਗਿਆ ਲੈ ਕੇ ਢੋਲੇਵਾਲ ਚੌਂਕ ਵਿੱਚ ਆਪਣੀ ਦੁਕਾਨ ਤੇ ਆ ਸਫਾਈ ਕੀਤੀ ਤੇ ਨਾਲ ਦੀ ਦੁਕਾਨ ਖਾਲਸਾ ਪ੍ਰਿੰਟਿੰਗ ਪ੍ਰੈਸ ਵਾਲੇ ਰਣਜੀਤ ਬਾਈ ਨੂੰ ਦੁਕਾਨ ਦਾ ਖਿਆਲ ਰੱਖਣ ਲਈ ਕਹਿ ਕੇ ਲੁਧਿਆਣੇ ਤੋਂ ਦੁਰਾਹੇ ਜਾਣ ਲਈ ਬਾਈਕ GT ਰੋਡ ਨੈਸ਼ਨਲ ਹਾਈਵੇ ਤੇ ਠੇਲ ਦਿੱਤੀ। ਅਗਲੇ 2 ਘੰਟੇ ਬਾਅਦ ਮੈਂ ਮੈਡਮ ਸਿਮਰਨ ਦੇ ਸਾਹਮਣੇ ਸਟਾਫ ਰੂਮ ਵਿੱਚ ਬੈਠਾ ਸੀ। ਮੈਡਮ ਸਿਮਰਨ ਬਹੁਤ ਹੀ ਸਾਊ ਤੇ ਨਿੱਘੇ ਸੁਭਾਅ ਦੇ ਪ੍ਰਤੀਤ ਹੁੰਦੇ ਸਨ। ਮੈਂ ਹੈਰਾਨ ਸੀ ਕਿ ਇਨ ਬਿਨ ਸੱਚਾਈ ਇਹ ਕਿਵੇਂ ਹੋ ਸਕਦਾ ਏ। ਮੈਨੂੰ ਮੈਡਮ ਸਿਮਰਨ ਉਸ ਆਤਮਾ ਮੈਡਮ ਅਮਨ ਦਾ ਹੀ ਰੂਪ ਲੱਗੇ। ਉਮਰ ਵਿੱਚ 2 ਸਾਲ ਵੱਡੇ ਲੱਗਦੇ। ਖੂਬਸੂਰਤ ਚਿਹਰੇ ਤੋਂ ਸਾਦਗੀ ਤੇ ਮਾਸੂਮੀਅਤ ਮੈਡਮ ਅਮਨ ਦੇ ਚਿਹਰੇ ਦੀ ਤਰ੍ਹਾਂ ਹੀ ਝਲਕਦੀ ਸੀ। ਮੈਨੂੰ ਉਹਨਾਂ ਦੇ ਚਿਹਰੇ ਦੀ ਨੂਰਾਨੀਅਤ ਵਿੱਚ ਅੰਤਾਂ ਦੀ ਉਦਾਸੀ ਦਿਖਾਈ ਦਿੱਤੀ। ਲੱਗਦਾ ਸੀ ਕਿ ਜਿਵੇਂ ਉਹ ਹਾਲੇ ਵੀ ਗਹਿਰੇ ਸਦਮੇ ਵਿੱਚ ਹੋਣ। ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿੱਥੋਂ ਸ਼ੁਰੂ ਕਰਾਂ। ਮੈਨੂੰ ਗੱਲ ਕਰਨ ਲਈ ਇਹ ਜਗ੍ਹਾ ਢੁਕਵੀਂ ਨਾ ਪ੍ਰਤੀਤ ਹੋਈ। ਮੈਂ ਮੈਡਮ ਸਿਮਰਨ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਖੁਦ ਬਹੁਤ ਹੈਰਾਨ ਪਰੇਸ਼ਾਨ ਲੱਗੇ। ਮੈਨੂੰ ਇੰਜ ਲੱਗਿਆ ਜਿਵੇਂ ਉਹਨਾਂ ਦੀਆਂ ਖਰਮੋਸ਼ ਨਜ਼ਰਾਂ ਵਿੱਚੋਂ ਸਵਾਲ ਦਰ ਸਵਾਲ ਪੁੱਛਣ ਲਈ ਉਤਾਵਲੀਆਂ ਹੋਣ ਕਿ ਮੈਂ ਉਹਨਾਂ ਨੂੰ ਕਿਵੇਂ ਜਾਣਦਾ ਤੇ ਮੈਨੂੰ ਉਹਨਾਂ ਤਾਈਂ ਕੀ ਕੰਮ ਹੈ। ਉਦਾਸੀ ਭਰੇ ਲਹਿਜੇ ਵਿੱਚ ਮੈਡਮ ਸਿਮਰਨ ਮੈਨੂੰ ਸੰਬੋਧਨ ਹੋਏ, ਤੁਸੀਂ ਕੀ ਲਓਗੇ, ਚਾਹ ਜਾਂ ਕਾਫੀ ਜਾਂ ਕੋਲਡ ਡਰਿੰਕ ਮੰਗਾਵਾਂ? ਨਹੀਂ, ਮੈਂ ਕੁਝ ਨਹੀਂ ਲਵਾਂਗਾ, ਪਰ ਮੈਨੂੰ ਲੱਗਦਾ ਕਿ ਜਿਵੇਂ ਗੱਲ ਕਰਨ ਲਈ ਇਹ ਜਗ੍ਹਾ ਕੋਈ ਬਹੁਤੀ ਅਨੁਕੂਲ ਨਹੀਂ। ਮੈਡਮ ਜੀ ਹੈਰਾਨ ਹੁੰਦੇ ਹੋਏ ਬੋਲੇ, ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਮੈਂ ਤਾਂ ਤੁਹਾਨੂੰ ਕਦੇ ਮਿਲੀ ਨਹੀਂ। ਮੈਂ ਵੀ ਚੁੱਪ ਤੋੜੀ, ਤੁਸੀਂ ਮੈਨੂੰ ਨਹੀਂ ਜਾਣਦੇ, ਪਰ ਮੈਡਮ ਅਮਨ ਨੂੰ ਤਾਂ ਜਾਣਦੇ ਹੋ। ਮੇਰੀ ਜ਼ੁਬਾਨ 'ਤੇ ਮੈਡਮ ਅਮਨ ਦਾ ਨਾਂ ਆਉਣ ਸਾਰ ਹੀ ਉਹ ਸੁੰਨ ਹੋ ਗਏ। ਆਸ-ਪਾਸ ਦੇਖਦੇ ਹੋਏ ਮੈਨੂੰ ਉਹਨਾਂ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਫਿਰ ਬੋਲੇ, ਆਪਾਂ ਕਿਧਰੇ ਬਾਹਰ ਚੱਲ ਕੇ ਗੱਲ ਕਰਦੇ ਹਾਂ। ਮੈਡਮ ਸਿਮਰਨ ਆਪਣੀ ਚੇਅਰ ਤੋਂ ਉੱਠੇ ਤੇ ਮੈਂ ਵੀ। ਉਹ ਪ੍ਰਿੰਸੀਪਲ ਦੇ ਦਫ਼ਤਰ ਛੁੱਟੀ ਲੈ ਕੇ ਆਉਣ ਲਈ ਕਹਿ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਨੂੰ ਹੋ ਗਏ ਤੇ ਮੈਂ ਆਪਣੀ ਬਾਈਕ ਵੱਲ। ਉਹਨਾਂ ਆਪਣੀ ਕਾਰ ਮੇਰੀ ਬਾਈਕ ਦੇ ਅੱਗੇ ਲਾ ਲਈ। ਦੁਰਾਹੇ ਨਹਿਰ ਦੇ ਨਾਲ ਅਸੀਂ 1 ਕਿਲੋਮੀਟਰ ਦੂਰ ਇੱਕ ਕਾਫੀ ਹਾਊਸ ਵਿੱਚ ਬੈਠ ਗਏ। ਕਾਫੀ ਹਾਊਸ ਵਿੱਚ ਬਹੁਤ ਸ਼ਾਂਤੀ ਭਰਪੂਰ ਮਾਹੌਲ ਸੀ, ਪਰ ਅਸੀਂ ਅੰਦਰ ਬੈਠਣ ਦੀ ਬਜਾਏ ਬਾਹਰ ਨਹਿਰ ਕੰਢੇ ਬਣੇ ਗਾਰਡਨ ਵਿੱਚ ਹੀ ਬੈਠ ਗਏ। ਫਿਰ ਰਾਤ ਵਾਲਾ ਸਾਰਾ ਵਾਕਿਆ ਮੈਂ ਮੈਡਮ ਸਿਮਰਨ ਨੂੰ ਸੁਣਾ ਦਿੱਤਾ। ਸਾਰਾ ਵਾਕਿਆ ਸੁਣਦੇ ਮੈਂ ਮੈਡਮ ਸਿਮਰਨ ਦੇ ਚਿਹਰੇ ਦੇ ਹਾਵ ਭਾਵ ਦੇਖਦਾ ਰਿਹਾ। ਸੁਣਦੇ ਕਦੇ ਉਹ ਭਾਵੁਕ ਹੋ ਜਾਂਦੇ ਤੇ ਕਦੇ ਉਹਨਾਂ ਦੀਆਂ ਅੱਖੀਆਂ ਵਿੱਚੋਂ ਛਮ-ਛਮ ਅਥਰੂ ਕਿਰਨ ਲੱਗਦੇ। ਅਖੀਰ, ਯੂ ਆਰ ਵੈਰੀ ਗ੍ਰੇਟ ਪਰਸਨ, ਆਈ ਐਮ ਪ੍ਰਾਊਡ ਆਫ ਯੂ ਮਾਈ ਬ੍ਰਦਰ। ਗੁਰਉਪਦੇਸ਼। ਮੈਡਮ ਸਿਮਰਨ ਨੂੰ ਮੈਂ ਕੋਈ ਰਹਿਬਰ ਜਿਹਾ ਲੱਗਿਆ ਜੋ ਇਸ ਦੁੱਖ ਦੀ ਘੜੀ ਵਿੱਚ ਸਹਾਰਾ ਬਣ ਕੇ ਆਇਆ ਸੀ। ਮੈਂ ਅਚਨਚੇਤ ਗੁਰਬਾਣੀ ਦੀਆਂ ਤੁਕਾਂ ਗੁਣਗੁਣਾਉਣ ਲੱਗਿਆ, ਨਦੀਆਂ ਵਾਂ ਵਿਛੁੰਨਿਆ ਮੇਲਾ ਸੰਜੋਗੀ ਰਾਮ। ਫਿਰ ਚਾਰੇ ਪਾਸੇ ਚੁੱਪ ਪਸਰ ਗਈ। ਮੈਡਮ ਕੁਝ ਦੇਰ ਚੁੱਪ ਰਹਿਣ ਉਪਰੰਤ ਫੇਰ ਬੋਲੇ, ਮੈਡਮ ਅਮਨ ਦੀ ਆਤਮਾ ਇਸ ਸਮੇਂ ਕਿੱਥੇ ਹੈ? ਉਹਨਾਂ ਦੇ ਇਸ ਸ਼ਬਦ ਸੁਣ ਮੈਂ ਆਸ-ਪਾਸ ਨਜ਼ਰ ਦੌੜਾਈ ਤਾਂ ਕਿ ਦੇਖਦਾ ਕਿ ਉਹ ਆਤਮਾ ਮੈਡਮ ਸਿਮਰਨ ਦੇ ਪਿੱਛੇ ਪਈ ਚੇਅਰ 'ਤੇ ਬੈਠੇ ਸ਼ਾਂਤ ਜਿਹੇ ਲੱਗੇ, ਜਿਵੇਂ ਉਹਨਾਂ ਦੀ ਗੱਲਬਾਤ ਸੁਣ ਰਹੇ ਹੋਣ। ਮੈਂ ਉਹਨਾਂ ਬਾਰੇ ਮੈਡਮ ਸਿਮਰਨ ਨੂੰ ਦੱਸਦਿਆਂ ਕਿਹਾ, ਮੈਡਮ ਸਿਮਰਨ ਜੀ, ਮੈਡਮ ਅਮਨ ਦੀ ਆਤਮਾ ਤੁਹਾਡੇ ਬਿਲਕੁਲ ਪਿੱਛੇ ਬੈਠੀ ਹੈ।
ਉਹਨਾਂ ਪਿੱਛੇ ਨੂੰ ਆਪਣਾ ਚਿਹਰਾ ਘੁਮਾਇਆ, ਪਰ ਉਹਨਾਂ ਨੂੰ ਮੈਡਮ ਅਮਨ ਦੀ ਆਤਮਾ ਦਿਖਾਈ ਨਾ ਦਿੱਤੀ। ਮੈਨੂੰ ਨਹੀਂ ਦਿਸਦੇ ਗੁਰਉਪਦੇਸ਼, ਇੰਨਾ ਕਹਿ ਕੇ ਉਹ ਰੋਣ ਲੱਗ ਪਏ। ਉੱਚੀ ਤੇ ਸੁੱਚੀ ਆਤਮਕ ਬਿਰਤੀ ਵਾਲੀਆਂ ਰੂਹਾਂ ਹੀ ਇਹਨਾਂ ਆਤਮਾਵਾਂ ਦੇ ਦਰਸ਼ਨ ਕਰ ਸਕਦੀਆਂ ਹਨ। ਮੈਂ ਇੰਨੇ ਚੰਗੇ ਕਰਮਾਂ ਵਾਲੀ ਕਿੱਥੇ ਗੁਰਉਪਦੇਸ਼, ਤੁਸੀਂ ਸੱਚੀ ਉੱਚੀ ਅਵਸਥਾ ਵਾਲੇ ਸਿਮਰਨ ਭਗਤੀ ਵਾਲੀ ਰੂਹ ਦੇ ਮਾਲਕ ਹੋ। ਫਿਰ ਉਹ ਉੱਚੀ ਉੱਚੀ ਰੋਣ ਲੱਗ ਪਏ। ਮੈਂ ਉਹਨਾਂ ਨੂੰ ਚੁੱਪ ਕਰਾਉਂਦਿਆਂ ਕਿਹਾ, ਮੈਡਮ ਸਿਮਰਨ ਜੀ ਬਸ ਕਰੋ, ਰੋ ਨਾ ਪਲੀਜ਼। ਮੈਡਮ ਅਮਨ ਦੀ ਆਤਮਾ ਵੀ ਰੋ ਰਹੀ ਹੈ। ਹੁਣ ਤੁਹਾਨੂੰ ਚੁੱਪ ਕਰਨ ਲਈ ਕਹਿ ਰਹੇ ਹਨ। ਕਿੱਥੇ ਨੇ ਉਹ? ਮੈਡਮ ਸਿਮਰਨ ਨੇ ਰੋਣਾ ਬੰਦ ਕੀਤਾ। ਤੁਹਾਡੇ ਪਿੱਛੇ ਖੜੇ ਨੇ, ਪਿੰਕ ਸੂਟ ਤੇ ਵਾਈਟ ਦੁਪੱਟੀ ਵਿੱਚ। ਫਿਰ ਅਚਾਨਕ ਮੈਡਮ ਸਿਮਰਨ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਉਸ ਦਾ ਸਿਰ ਪਲੋਸ ਰਿਹਾ ਹੋਵੇ। ਉਸ ਨੂੰ ਲੱਗਿਆ ਜਿਵੇਂ ਉਸ ਦੇ ਵਾਲਾਂ ਵਿੱਚ ਸਰਸਰਾਹਟ, ਪੋਲੇ ਪੋਲੇ ਹੱਥ ਕੋਈ ਸਿਰ 'ਤੇ ਫੇਰ ਰਿਹਾ ਹੋਵੇ। ਪਿੰਕ ਸੂਟ ਤੇ ਵਾਈਟ ਦੁਪੱਟਾ ਅਮਨ ਉਸ ਦਿਨ ਹੀ ਪਾਉਂਦੀ ਹੁੰਦੀ ਸੀ ਜਿਸ ਦਿਨ ਉਹ ਬਹੁਤ ਖੁਸ਼ ਹੁੰਦੇ ਸਨ। ਇਹ ਪਿੰਕ ਸੂਟ ਮੈਂ ਉਹਨਾਂ ਨੂੰ ਉਹਨਾਂ ਦੇ ਬੇਟੇ ਦੇ ਪਹਿਲੇ ਜਨਮ ਦਿਨ 'ਤੇ ਗਿਫਟ ਕੀਤਾ ਸੀ। ਮੈਂ ਦੇਖ ਰਿਹਾ ਸੀ ਮੈਡਮ ਸਿਮਰਨ ਹੁਣ ਖੁਸ਼ੀ ਦਾ ਅਨੁਭਵ ਕਰ ਰਹੇ ਸਨ। ਫਿਰ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹਨਾਂ ਨੂੰ ਕਿਸੇ ਨੇ ਕਲਾਵੇ ਵਿੱਚ ਲੈ ਲਿਆ ਹੋਵੇ। ਸੱਚਮੁੱਚ ਮੈਡਮ ਅਮਨ ਦੀ ਆਤਮਾ ਨੇ ਮੈਡਮ ਸਿਮਰਨ ਨੂੰ ਕਲਾਵੇ ਵਿੱਚ ਲਿਆ ਹੋਇਆ ਸੀ। ਮੈਡਮ ਸਿਮਰਨ ਹੁਣ ਆਤਮਾ ਦੀ ਹਰ ਛੋਹ ਨੂੰ ਮਹਿਸੂਸ ਕਰ ਰਹੇ ਸਨ। ਕੁਝ ਹੋਰ ਸਮਾਂ ਉਹ ਇਸ ਤਰ੍ਹਾਂ ਬੈਠੇ ਰਹੇ। ਫਿਰ ਅਸੀਂ ਮੈਡਮ ਸਿਮਰਨ ਦੇ ਘਰ ਆ ਗਏ। ਉਹ ਘਰ ਵਿੱਚ ਇਕੱਲੇ ਰਹਿੰਦੇ ਸਨ। ਉਹਨਾਂ ਦੇ ਹਸਬੈਂਡ ਇੰਡੀਅਨ ਏਅਰ ਫੋਰਸ ਵਿੱਚ ਦੇਹਰਾਦੂਨ ਟ੍ਰੇਨਿੰਗ 'ਤੇ ਗਏ ਹੋਏ ਸਨ। ਮੈਡਮ ਸਿਮਰਨ ਦੇ ਘਰ ਮੈਂ ਮੈਡਮ ਅਮਨ ਦਾ 2 ਸਾਲ ਦਾ ਬੇਟਾ ਗੁਰਸੀਰਤ ਤੱਕਿਆ ਤਾਂ ਅੱਖੀਆਂ ਹੰਝੂਆਂ ਨਾਲ ਨਮ ਹੋ ਗਈਆਂ। ਕਿੰਨਾ ਖੂਬਸੂਰਤ, ਮਾਸੂਮ, ਗੋਬਲਾ ਜਿਹਾ ਹਸੂ ਹਸੂ ਕਰਦਾ ਚਿਹਰਾ, ਤੋਤਲੀਆਂ ਜਿਹੀਆਂ ਗੱਲਾਂ ਕਰਦਾ। ਮੈਨੂੰ ਹੱਥ ਦੇ ਇਸ਼ਾਰੇ ਨਾਲ ਇੰਜ ਲੱਗਿਆ ਜਿਵੇਂ ਕਹਿ ਰਿਹਾ ਹੋਵੇ, ਮੈਨੂੰ ਆਪਣੀ ਮੰਮੀ ਦੇ ਨਾਲ ਮਿਲਾ ਦਿਓ। ਜਦ ਮੈਡਮ ਸਿਮਰਨ ਨੇ ਉਸ ਨੂੰ ਮੋਢੇ ਨਾਲ ਲਾਇਆ ਤਾਂ ਉਹਨੇ ਦੋਵੇਂ ਹੱਥ ਉਹਨਾਂ ਦੇ ਗਲੇ ਨੂੰ ਘੁੱਟ ਕੇ ਪਾ ਲਏ। ਮੈਨੂੰ ਲੱਗਿਆ ਜਿਵੇਂ ਉਹ ਮੈਡਮ ਸਿਮਰਨ ਨੂੰ ਹੀ ਆਪਣੀ ਮਾਂ ਮੰਨ ਬੈਠਾ ਹੋਵੇ ਤੇ ਮੇਰੇ ਆਪ ਮੁਹਾਰੇ ਹੀ ਸ਼ਬਦ ਜ਼ਹਿਨ ਵਿੱਚ ਗੁਣਗੁਣਾਉਣ ਲੱਗੇ ਕਿ ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮੈਡਮ ਸਿਮਰਨ ਨੇ ਫਿਰ ਗੁਰਸੀਰਤ ਨੂੰ ਬੈੱਡ 'ਤੇ ਲਿਟਾ ਦਿੱਤਾ। ਹੁਣ ਮੈਂ ਦੇਖਿਆ ਮੈਡਮ ਅਮਨ ਦੀ ਆਤਮਾ ਬੈੱਡ 'ਤੇ ਆ ਕੇ ਉਸ ਦੇ ਨਾਲ ਲੇਟ ਗਈ ਤੇ ਉਸ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਉਸ ਦਾ ਚਿਹਰਾ ਪਲੋਸਣ ਲੱਗੀ। ਅਸੀਂ ਅੱਜ ਸ਼ਾਮ ਨੂੰ ਹੀ ਪਟਨਾ ਸਾਹਿਬ ਨੂੰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਡਮ ਸਿਮਰਨ ਨੇ ਕਾਹਲੀ ਕਾਹਲੀ ਜ਼ਰੂਰੀ ਕਾਗਜ਼ਾਤ ਤੇ FDਆਂ ਲਈਆਂ ਤੇ ਕੰਮ ਕਰਨ ਵਾਲੀ ਬਜ਼ੁਰਗ ਔਰਤ ਨੂੰ ਕੁਝ ਸਮਝਾਇਆ। ਫਿਰ ਆਪਾਂ ਚੱਲੀਏ ਗੁਰਉਪਦੇਸ਼, ਮੈਂ ਵੀ ਤੁਹਾਡੇ ਨਾਲ ਜਾਵਾਂਗੀ। ਤੁਸੀਂ ਆਪਣੀ ਬਾਈਕ ਇੱਥੇ ਲਗਾ ਦਿਓ, ਅਸੀਂ ਕਾਰ 'ਤੇ ਜਾਵਾਂਗੇ। ਫਿਰ ਸ਼ਾਮੀ 4 ਵਜੇ ਅਸੀਂ ਕਾਰ 'ਤੇ ਘਰੋਂ ਨਿਕਲ ਪਏ। ਕਾਰ ਮੈਂ ਹੀ ਡਰਾਈਵ ਕਰ ਰਿਹਾ ਸੀ। ਰਾਤ 12 ਵਜੇ ਅਸੀਂ ਦਿੱਲੀ ਪਹੁੰਚ, ਗੁਰਦੁਆਰਾ ਬੰਗਲਾ ਸਾਹਿਬ ਪਹੁੰਚ NRI ਸਰਾਂ ਦੇ ਵਿੱਚ ਰਾਤ ਕੱਟੀ ਤੇ ਸਵੇਰੇ 6 ਵਜੇ ਫਿਰ ਉਸੇ ਤਰੀਕੇ ਨਾਲ ਅਸੀਂ ਆਪਣੇ ਰਾਹ ਵੱਲ ਤੁਰ ਪਏ। ਇਸੇ ਤਰ੍ਹਾਂ ਵੱਖ-ਵੱਖ ਪੜਾਵਾਂ 'ਤੇ ਰੁਕਦੇ ਰੁਕਾਉਂਦੇ ਤੀਸਰੇ ਦਿਨ ਕਰੀਬ 2200 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਪਟਨਾ ਸਾਹਿਬ ਮੈਡਮ ਅਮਨ ਦੇ ਨਾਨਾ ਨਾਨੀ ਦੇ ਅਨਾਥ ਆਸ਼ਰਮ ਪਹੁੰਚ ਗਏ। ਗੁਰਸੀਰਤ ਨੂੰ ਮੈਡਮ ਅਮਨ ਦੇ ਨਾਨਾ ਨਾਨੀ ਨੂੰ ਸੌਂਪ ਅਸੀਂ ਜ਼ਰੂਰੀ ਕਾਗਜ਼ਾਤ ਤੇ FD ਵੀ ਦੇ ਦਿੱਤੀਆਂ। ਅਸੀਂ ਜਿਉਂ ਹੀ ਕਾਰਜ ਸੰਪੰਨ ਕੀਤਾ, ਮੈਨੂੰ ਮਾਨਸਿਕ ਤੌਰ 'ਤੇ ਖੁਸ਼ੀ ਤੇ ਸੰਤੁਸ਼ਟੀ ਹੋਈ। ਮੈਡਮ ਅਮਨ ਦੀ ਕਾਰ ਐਕਸੀਡੈਂਟ ਵਿੱਚ ਹੋਈ ਮੌਤ ਤੇ ਸਾਰੀ ਰਾਮ ਕਹਾਣੀ ਜਿਵੇਂ ਹੀ ਮੈਂ ਖਤਮ ਕੀਤੀ, ਉਹ ਬਜ਼ੁਰਗ ਜੋੜਾ ਜਾਰੋ ਜਾਰ ਰੋਣ ਲੱਗ ਪਿਆ। ਮਾਨਵਤਾ ਦੀ ਸੇਵਾ ਕਰਨ ਵਾਲੀਆਂ ਉਹ ਰੱਬੀ ਰੂਹਾਂ ਰੱਬ ਦੇ ਭਾਣੇ ਨੂੰ ਸਵੀਕਾਰ ਕਰਦਿਆਂ ਆਉਣ ਵਾਲੇ ਹਰ ਖਤਰੇ ਲਈ ਤਿਆਰ ਬਰ ਤਿਆਰ ਜਾਪਦੀਆਂ ਸਨ। ਜਦੋਂ ਮੈਂ ਚੁੱਪ ਹੋ ਗਿਆ, ਅਮਨ ਦੇ ਨਾਨਾ ਜੀ ਨੇ ਕੇਵਲ ਇੰਨਾ ਹੀ ਕਿਹਾ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਕਹਿ ਕੇ ਚੁੱਪ ਹੋ ਗਏ। ਅਸੀਂ ਉਹਨਾਂ ਕੋਲ 1 ਹਫ਼ਤਾ ਰਹੇ। ਅਸੀਂ ਇਸ ਦੌਰਾਨ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਵੀ ਕੀਤੇ। ਫਿਰ ਅਸੀਂ ਬਜ਼ੁਰਗ ਜੋੜੇ ਤੋਂ ਰੁਖਸਤੀ ਤੇ ਵਿਦਾਈ ਲਈ। ਗੁਰਸੀਰਤ ਦਾ ਹਸੂ ਹਸੂ ਕਰਦਾ ਚਿਹਰਾ ਮੈਡਮ ਸਿਮਰਨ ਨੂੰ ਲੱਗਿਆ
ਜਿਵੇਂ ਉਹ ਕਹਿ ਰਿਹਾ ਹੋਵੇ, ਮਾਂ ਜੀ ਤੁਸੀਂ ਵੀ ਛੱਡ ਚੱਲੇ ਹੋ, ਨਾ ਜਾਓ। ਗੁਰਸੀਰਤ ਨੇ ਮੈਡਮ ਸਿਮਰਨ ਦੇ ਦੁਪੱਟੇ ਦਾ ਪੱਲੂ ਫੜ ਲਿਆ, ਛੱਡ ਨਹੀਂ ਰਿਹਾ ਸੀ। ਇਹ ਦੇਖ ਮੈਡਮ ਸਿਮਰਨ ਦੀਆਂ ਅੱਖਾਂ ਵਿੱਚੋਂ ਵਾਹੋਦਾਹੀ ਹੰਝੂ ਨਿਕਲਣ ਲੱਗ ਪਏ। ਤੇਰੇ ਫਿਊਚਰ ਤੇ ਸੇਫਟੀ ਲਈ ਬੇਟਾ ਮੈਨੂੰ ਮਾਫ ਕਰ ਦੇਣਾ, ਸ਼ਾਇਦ ਇਹੀ ਕਹਿ ਰਹੇ ਸਨ ਮੈਡਮ ਸਿਮਰਨ। ਮੈਡਮ ਅਮਨ ਦੀ ਆਤਮਾ ਸਾਡੇ ਕੋਲ ਖੜੀ ਸਾਰਾ ਦ੍ਰਿਸ਼ ਦੇਖ ਰਹੀ ਸੀ। ਉਸਨੇ ਮੇਰੇ ਤੇ ਮੈਡਮ ਸਿਮਰਨ ਵੱਲ ਵੇਖ ਕੇ ਦੋਵੇਂ ਹੱਥ ਜੋੜ ਲਏ, ਸ਼ਾਇਦ ਉਹ ਸਾਡਾ ਧੰਨਵਾਦ ਕਰ ਰਹੀ ਸੀ। ਅਸੀਂ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਬਜ਼ੁਰਗ ਜੋੜੇ ਤੋਂ ਰੁਖਸਤੀ ਲਈ ਤੇ ਪੰਜਾਬ ਲਈ ਰਵਾਨਾ ਹੋ ਗਏ। ਇਹ ਕਹਾਣੀ ਦਰ ਪੜਾ ਦਰ ਅੱਗੇ ਵਧਦੀ ਜਾਵੇਗੀ। ਉਸ ਆਤਮਾ ਨੇ ਗੁਰੂ ਉਪਦੇਸ਼ ਦੀ ਜ਼ਿੰਦਗੀ ਵਿੱਚ ਹੋਰ ਕਿਹੜੇ ਨਵੇਂ ਖੁਲਾਸੇ ਕੀਤੇ ਤੇ ਅੰਤ ਵਿੱਚ ਉਸ ਆਤਮਾ ਦਾ ਕੀ ਬਣਿਆ, ਉਸ ਦੇ ਹਸਬੈਂਡ ਦਾ ਕੀ ਬਣਿਆ, ਉਹ ਅਗਲੇ ਭਾਗਾਂ ਦੇ ਵਿੱਚ ਸੁਣਾਇਆ ਜਾਵੇਗਾ। ਇਸ ਤੀਸਰੇ ਭਾਗ ਨੂੰ ਵੀ ਬੜੇ ਪਿਆਰ ਨਾਲ ਸੁਣਨ ਲਈ ਆਪ ਸਭ ਜੀਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਹੈ। ਅਗਲੇ ਭਾਗ ਦੇ ਵਿੱਚ ਮਿਲਾਂਗੇ, ਤਦ ਲਈ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ।